ਦੇ ਵੱਲੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਸੁਖਮਣੀ ਸਾਹਿਬ ਜੀਆਂ ਦੀ ਲੜੀਵਾਰ ਵਿਚਾਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਿਲ ਕਰਕੇ ਸਾਂਝਾ ਕਰਨ ਦਾ ਯਤਨ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਾਂ ਨੂੰ 10ਵੀਂ ਅਸ਼ਟਪਦੀ ਦੇ ਦੁਆਰਾ ਉਸ ਕਾਦਰ ਦੀ ਬਣਾਈ ਹੋਈ ਰਚਨਾ ਤੋਂ ਸਤਿਗੁਰੂ ਪਾਤਸ਼ਾਹ ਜੀ ਜਾਣੂ ਕਰਵਾਉਂਦੇ ਆ ਰਹੇ ਨੇ। ਜਿੱਥੇ ਸਤਿਗੁਰਾਂ ਨੇ ਸਲੋਕ ਦੇ ਅੰਦਰ ਸ਼ਬਦ ਵਰਤਿਆ, ਨਾਨਕ ਰਚਨਾ ਪ੍ਰਭ ਰਚੀ ਬਾਹੂ ਬਿਦ ਅਨਕ ਪ੍ਰਕਾਰ। ਇਹ ਰਚੀ ਹੋਈ ਰਚਨਾ ਉਸ ਪਰਮੇਸ਼ਰ ਵਾਹਿਗੁਰੂ ਦੀ ਹੈ ਤੇ ਜਿਸ ਨੇ ਇਸ ਨੂੰ ਰਚਿਆ ਹੈ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਇਹਨੂੰ ਰਚਣ ਵਾਲਾ ਵੀ ਆਪ ਹੈ, ਚਲਾਉਣ ਵਾਲਾ ਵੀ ਆਪ ਹੈ। ਇਹਦੇ ਭੇਤ ਨੂੰ ਵੀ ਉਹ ਪਰਮੇਸ਼ਰ ਕਿਰਪਾ ਤੇ ਰਹਿਮਤ ਕਰਕੇ ਆਪ ਹੀ ਜਾਣਦਾ ਹੈ। ਤਾਂ ਹੀ ਇਸ ਇੱਕ ਇੱਕ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਕਈ ਕੋਟ ਸ਼ਬਦ ਵਰਤਿਆ ਹੈ, ਜਿਹਦਾ ਭਾਵ ਇਹ ਹੈ ਕਿ ਇੱਕ ਚੀਜ਼ ਪੈਦਾ ਕੀਤੀ ਹੋਈ ਗਿਣਤੀ ਤੋਂ ਪਰੇ ਹੈ। ਜਿੱਥੇ ਕਈ ਸ਼ਬਦ ਆ ਗਿਆ ਉੱਥੇ ਗਿਣਤੀ ਮਿਣਤੀ ਖਤਮ ਹੋ ਗਈ। ਕਈ ਕਰੋੜਾਂ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਧਰਤੀ ਦੇ ਉੱਪਰ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ। ਕਿੰਨਾ ਕੁਝ ਉਸ ਪ੍ਰਮਾਤਮਾ ਵਾਹਿਗੁਰੂ ਨੇ ਇਸ ਧਰਤੀ ਦੇ ਉੱਪਰ ਪੈਦਾ ਕੀਤਾ ਹੋਇਆ ਹੈ ਤੇ ਸਗਲ ਸਮਗਰੀ ਆਪਣੇ ਸੂਤ ਧਾਰੈ ਹੈ। ਇਹ ਸਾਰਾ ਕੁਝ ਉਸ ਪਰਮੇਸ਼ਰ ਦੇ ਹੁਕਮ ਦੇ ਅੰਦਰ ਹੀ ਪਰੋਇਆ ਹੋਇਆ ਹੈ। ਜਿਸ ਤਰ੍ਹਾਂ ਮਾਲਾ ਦੇ ਮਣਕੇ ਹੁੰਦੇ ਨੇ ਉਹ ਇੱਕੋ ਹੀ ਧਾਗੇ ਦੇ ਵਿੱਚ ਪਰੋਏ ਜਾਂਦੇ ਨੇ। ਇਸੇ ਤਰ੍ਹਾਂ ਹੀ ਇਹ ਮਣਕਿਆ ਰੂਪੀ ਜਿਹੜੀ ਸ੍ਰਿਸ਼ਟੀ ਉਸ ਪਰਮਾਤਮਾ ਨੇ ਰਚੀ ਹੋਈ ਹੈ, ਉਹਨੂੰ ਹੁਕਮ ਰੂਪੀ ਧਾਗੇ ਦੇ ਵਿੱਚ ਉਸ ਨੇ ਬੱਧਾ ਹੋਇਆ ਹੈ। ਆਪ ਹੀ ਇਹਨੂੰ ਚਲਾ ਰਿਹਾ ਹੈ ਸਾਰਾ ਕੁਝ ਕਰਕੇ। ਸੋ ਆਓ ਸਤਿਗੁਰੂ ਇਸੇ ਪਰਿਕਰਨ ਨੂੰ ਲੈ ਕਰਕੇ ਚੌਥੀ ਪੌੜੀ ਤੋਂ ਰਮਤਾ ਕਰਨਗੇ ਸਤਿਗੁਰੂ ਪਾਤਸ਼ਾਹ ਜੀ ਅਤੇ ਸਾਨੂੰ ਹੋਰ ਉਸ ਪਰਮੇਸ਼ਰ ਦੀ ਰਚੀ ਹੋਈ ਜਿਹੜੀ ਰਚਨਾ ਹੈ ਉਹਦੇ ਤੋਂ ਹਜ਼ੂਰ ਜਾਣੂ ਕਰਵਾ ਰਹੇ ਨੇ। ਤਾਂ ਸਤਿਗੁਰੂ ਪਾਤਸ਼ਾਹ ਜੀ ਸ਼ਬਦ ਵਰਤਦੇ ਨੇ ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਇਸ ਧਰਤੀ ਤੇ ਕਰੋੜਾਂ ਹੀ ਜੀਵ ਜਿਹੜੇ ਨੇ ਨਾ ਇਸ ਬਣਾਈ ਹੋਈ ਮਾਇਆ ਦੇ ਤਿੰਨਾਂ ਗੁਣਾਂ ਦੇ ਅੰਦਰ ਹੋ ਕਰਕੇ ਵਰਤ ਰਹੇ ਨੇ, ਜਿਨ੍ਹਾਂ ਦੇ ਵਿੱਚ ਹੈ ਰਜੋ ਤਮੋ ਤੇ ਸਤੋ ਗੁਣ। ਇਹ ਜੀਵਾਂ ਦੇ ਮੁਤਾਬਕ ਤਿੰਨ ਗੁਣ ਜਿਹੜੇ ਹਨ, ਜਿਹਦੇ ਵਿੱਚ ਰਜੋ ਗੁਣੀ, ਤਮੋ ਗੁਣੀ ਤੇ ਸਤੋ ਗੁਣੀ।
ਇਹ ਗੁਣਾਂ ਨੂੰ ਧਾਰਨ ਕਰਕੇ ਇੱਕ ਨਹੀਂ ਕਰੋੜਾਂ ਹੀ ਜੀਵ ਉਸ ਪਰਮੇਸ਼ਰ ਨੇ ਇਸ ਧਰਤੀ ਦੇ ਉੱਪਰ ਪੈਦਾ ਕੀਤੇ ਹੋਏ ਨੇ। ਰਜੋ ਦਾ ਭਾਵ ਹੈ ਰਾਜ ਭਾਗ ਦੀ ਚਾਨਣਾ ਰੱਖਣ ਵਾਲੇ, ਤਮੋ ਗੁਣੀ ਜਿਨ੍ਹਾਂ ਦੇ ਮਨ ਦੇ ਅੰਦਰ ਤਮਾ ਦਾ ਸ਼ਬਦ ਆਪਾਂ ਸਮਝਦੇ ਹਾਂ ਕਿ ਕੋਈ ਨਾ ਕੋਈ ਪਦਾਰਥ ਦੀ ਤਮਾ ਲੱਗੀ ਰਹਿੰਦੀ ਹੈ। ਸਤੋ ਗੁਣੀ ਦਾ ਭਾਵ ਇਹ ਹੈ ਕਿ ਧਰਮ ਦੇ ਕਰਮ ਕਰਦਾ ਏ ਪਰ ਹੈ ਵਿਖਾਵੇ ਦੀ ਮਾਤਰ। ਇਹ ਮਾਇਆ ਦੇ ਤਿੰਨ ਗੁਣ ਨੇ ਤੇ ਇਹਨਾਂ ਦੇ ਵਿੱਚ ਹਜ਼ੂਰ ਕਹਿੰਦੇ ਨੇ ਕਰੋੜਾਂ ਦੇ ਨਾਲ ਹੀ ਜੀਵ ਜਿਹੜੇ ਨੇ ਇਸ ਧਰਤੀ ਦੇ ਉੱਪਰ ਨੇ। ਕਿਸੇ ਦੀ ਕਿਸੇ ਤਰ੍ਹਾਂ ਦੀ ਭਾਵਨਾ ਹੈ, ਕਿਸੇ ਦੀ ਕਿਸੇ ਤਰ੍ਹਾਂ ਦੀ ਹੈ। ਕੋਈ ਨਾਮ ਜਪਣ ਵਿੱਚ ਲੱਗਾ ਹੋਇਆ ਹੈ, ਕੋਈ ਤਮੇ ਦੇ ਮਗਰ ਲੱਗ ਕਰਕੇ ਭੱਜਾ ਫਿਰਦਾ ਹੈ, ਕੋਈ ਧਾਰਮਿਕ ਕੰਮ ਵੀ ਕਰ ਰਿਹਾ ਹੈ ਪਰ ਕੇਵਲ ਤੇ ਕੇਵਲ ਵਿਖਾਵੇ ਦੀ ਮਾਤਰ। ਕੋਈ ਹੈ ਜਿਹੜਾ ਭਾਵਨਾ ਤੇ ਪ੍ਰੇਮ ਦੇ ਨਾਲ ਉਸ ਪਰਮੇਸ਼ਰ ਦੀ ਲਿਵ ਦੇ ਵਿੱਚ ਜੁੜਿਆ ਹੋਇਆ ਹੈ। ਪਰ ਸਤਿਗੁਰੂ ਕਹਿੰਦੇ ਜੇ ਆਪਾਂ ਕਹੀਏ ਕਿ ਇਹਨਾਂ ਚੀਜ਼ਾਂ ਦੀ ਗਿਣਤੀ ਕਰ ਲਈ ਜਾਵੇ ਤਾਂ ਕਹਿਣ ਲੱਗੇ ਇਹ ਚੀਜ਼ਾਂ ਗਿਣਤੀ ਮਿਣਤੀ ਤੋਂ ਪਰੇ ਨੇ। ਫਿਰ ਕਹਿੰਦੇ ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ। ਜਿਸ ਤਰ੍ਹਾਂ ਹੁਣ ਆਪਾਂ ਪੜ੍ਹਦੇ ਹਾਂ ਕਿ 4 ਵੇਦ, 18 ਪੁਰਾਣ, 27 ਸਿਮਰਤੀਆਂ, 6 ਸ਼ਾਸਤਰ। ਪਰ ਇੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਰੋੜਾਂ ਦੀ ਗਿਣਤੀ ਦੇ ਵਿੱਚ ਹੀ ਨੇ ਜਿਹੜੇ ਅਨੇਕਾਂ ਪ੍ਰਕਾਰ ਦੇ ਗ੍ਰੰਥ ਜਿਹੜੇ ਹਨ ਉਹ ਰਚੇ ਹੋਏ ਨੇ। ਕਰੋੜਾਂ ਹੀ ਇਨਸਾਨ ਜਿਹੜੇ ਹਨ ਇਸ ਵੇਦ ਪੁਰਾਣ ਸਿਮਰਤ ਸ਼ਾਸਤਰ ਨੂੰ ਪੜ੍ਹ ਰਹੇ ਨੇ। ਕੋਈ ਪੜ੍ਹ ਕਰਕੇ ਛੱਡ ਰਿਹਾ ਹੈ, ਕੋਈ ਪੜ੍ਹ ਕਰਕੇ ਸਮਝ ਦੇ ਵਿੱਚ ਜਾ ਰਿਹਾ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਕੱਲ੍ਹ ਹੀ ਦੱਸਿਆ ਸੀ ਕਿ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਜਿਹੜਾ ਜਿਹੜਾ ਉਸ ਪ੍ਰਭੂ ਨੂੰ ਪਾ ਜਾਂਦਾ ਹੈ ਉਹਨੂੰ ਸਤਿਗੁਰੂ ਪਾਤਸ਼ਾਹ ਜੀ ਤਾਰ ਦਿੰਦੇ ਨੇ। ਤਾਂ ਤਾਰਨ ਤੇ ਜਦੋਂ ਸ਼ਬਦ ਆਉਂਦਾ ਹੈ ਫਿਰ ਤੇ ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ ਕਿ ਵੱਡੇ ਤੋਂ ਵੱਡਾ ਪਾਪੀ ਵੀ ਜਿਹੜਾ ਹੈ ਜੇ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਵੇ ਤੇ ਉਹਦਾ ਵੀ ਤਰਨਾ ਹੋ ਜਾਂਦਾ ਸੰਸਾਰ ਦੇ ਵਿੱਚੋਂ। ਜੇ ਗੁਰੂ ਸਾਹਿਬ ਜੀ ਕਿਰਪਾ ਕਰ ਦੇਣ ਤੇ ਵੱਡੇ ਤੋਂ ਵੱਡੇ ਮੂਰਖ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਗਿਆਨੀ ਬਣਾ ਦਿੰਦੇ ਨੇ। ਪਰ ਇਹ ਹੈ ਸਾਰੀ ਉਸ ਕਰਤੇ ਦੀ ਕੁਦਰਤੀ ਹੈ, ਸਾਡੀ ਆਪਣੀ ਸਿਆਣਪ ਕੋਈ ਨਹੀਂ ਇਹਦੇ ਵਿੱਚ। ਇਹੀ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਕਿ ਵੇਖ ਉਸ ਪ੍ਰਮਾਤਮਾ ਨੇ ਕਿੰਨਾ ਕੁਝ ਪੈਦਾ ਕੀਤਾ ਹੋਇਆ ਹੈ, ਤੂੰ ਐਵੇਂ ਛੋਟੇ ਜਿਹੇ ਸੰਸਾਰ 'ਚ ਫਸ ਕਰਕੇ ਨਾ ਇਹਦਾ ਹੰਕਾਰ ਕਰੀ ਚੱਲ। ਇਹਨਾਂ ਚੀਜ਼ਾਂ ਦਾ ਕਦੇ ਆਪਣੀ ਡੂੰਘੀ ਸੋਚ ਰੱਖ ਕਰਕੇ ਵੇਖ। ਪਰ ਹੁਣ ਜਿੱਥੇ ਇੱਕ ਜੀਵ ਫਸਿਆ ਹੋਇਆ ਹੈ ਉਹਨੂੰ ਉੱਥੋਂ ਕਦਾਈ ਸਵਾਦ ਜਿਹੜਾ ਹੈ ਉਹ ਚੰਗਾ ਲੱਗਦਾ ਹੈ। ਜਿਸ ਤਰ੍ਹਾਂ ਕਹਿੰਦੇ ਨਾ ਕਿ ਮਾਨ ਸਰੋਵਰ ਦੇ ਉੱਪਰ ਹੰਸ ਨੇ ਕਿਹਾ ਛੱਪੜ ਦੇ ਵਿੱਚ ਖੂਹ ਵਿੱਚ ਰਹਿਣ ਵਾਲੇ ਡੱਡੂ ਨੂੰ ਕਹਿੰਦਾ ਆ ਤੈਨੂੰ ਮਾਨ ਸਰੋਵਰ ਦੀ ਸੈਰ ਕਰਵਾਈਏ। ਤੇ ਉਹ ਪੁੱਛਦਾ ਹੈ ਕਹਿੰਦਾ ਕਿ ਉਹ ਕਿੱਡਾ ਕੁ ਵੱਡਾ ਹੈ। ਤੇ ਹੰਸ ਕਹਿਣ ਲੱਗਾ ਕਿ ਭਾਈ ਉਹਦੀ ਤਾਂ ਗਿਣਤੀ ਮਿਣਤੀ ਕੋਈ ਨਹੀਂ ਹੈ, ਹੀਰੇ ਆਦਿਕ ਜਵਾਹਰਾਂ ਦੇ ਨਾਲ ਭਰਿਆ ਹੋਇਆ ਹੈ। ਜਿੰਨੇ ਮਰਜ਼ੀ ਕੋਈ ਛਕ ਲਵੇ ਤੇ ਪਰ ਜੇ ਕੋਈ ਗਿਣਤੀ ਮਿਣਤੀ 'ਚ ਪੈ ਜਾਵੇ ਤੇ ਗਿਣਤੀ ਮਿਣਤੀ ਕੋਈ ਨਹੀਂ ਉਹਦੀ। ਕਹਿੰਦੇ ਉਹਨੇ ਇੱਕ ਬੰਨਿਓ ਛਾਲ ਮਾਰੀ, ਅੱਧ 'ਚ ਪਹੁੰਚਿਆ, ਕਹਿੰਦਾ ਇੰਨਾ ਕੁ ਵੱਡਾ ਹੋਵੇਗਾ, ਕਹਿੰਦਾ ਨਹੀਂ। ਛਾਲ ਮਾਰੀ ਤੇ ਦੂਜੇ ਬੰਨੇ ਤੇ ਪਹੁੰਚ ਗਿਆ, ਕਹਿੰਦਾ ਇੰਨਾ ਵੱਡਾ, ਕਹਿੰਦਾ ਨਹੀਂ ਉਹਦੀ ਗਿਣਤੀ ਕੋਈ ਨਹੀਂ। ਕਹਿੰਦਾ ਨਹੀਂ ਤੂੰ ਝੂਠ ਮਾਰਦਾ, ਇਹਦੇ ਤੋਂ ਵੱਡਾ ਤੇ ਹੋ ਹੀ ਕੁਝ ਨਹੀਂ ਸਕਦਾ। ਭਾਵ ਕਿ ਜਿੰਨੇ ਕੁ ਦਾਇਰੇ ਦੇ ਅੰਦਰ ਕੋਈ ਰਹਿ ਰਿਹਾ ਹੈ ਉੱਥੇ ਇੱਕ ਫਸਿਆ ਹੋਇਆ ਹੈ। ਪਰ ਸਤਿਗੁਰੂ ਕਹਿੰਦੇ ਨੇ ਕਦੇ ਗੁਰਬਾਣੀ ਪੜ੍ਹ
ਤੇ ਫਿਰ ਵੇਖ ਕੇ ਉਸ ਪ੍ਰਮਾਤਮਾ ਨੇ ਕਿੰਨਾ ਕੁਝ ਪੈਦਾ ਕੀਤਾ ਹੋਇਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ। ਕਰੋੜਾਂ ਦੇ ਨਾਲ ਹੀ ਭਾਈ ਵੇਦ ਪੁਰਾਣ ਸਿਮਰਤ ਸ਼ਾਸਤਰ ਗ੍ਰੰਥ ਆਦਿਕ ਰਚੇ। ਕਰੋੜਾਂ ਦੇ ਨਾਲ ਹੀ ਜੀਵ ਜਿਹੜੇ ਹਨ ਉਹ ਪੜ੍ਹ ਕਰਕੇ ਗਿਆਨ ਪ੍ਰਾਪਤ ਕਰਦੇ ਨੇ। ਕਈ ਕੋਟ ਕੀਏ ਰਤਨ ਸਮੁੰਦ। ਫਿਰ ਸਮੁੰਦਰ ਦੇ ਵਿੱਚੋਂ ਕਰੋੜਾਂ ਹੀ ਰਤਨ ਪੈਦਾ ਕਰ ਦਿੱਤੇ। ਜਿੱਦਾਂ ਕਹਿੰਦੇ ਸਮੁੰਦਰ ਰਿੜਕਿਆ ਗਿਆ ਤੇ 14 ਰਤਨ ਕੱਢੇ ਗਏ ਉਹਦੇ ਵਿੱਚੋਂ। ਪਰ ਇੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਕਈ ਕਰੋੜਾਂ ਹੀ ਰਤਨ ਤੇ ਸਮੁੰਦਰ ਬਣਾਉਣਾ ਕੀਤੇ ਨੇ ਉਸ ਪਰਮੇਸ਼ਰ ਨੇ। ਕਈ ਕਰੋੜਾਂ ਹੀ ਸਮੁੰਦਰਾਂ ਦੇ ਅੰਦਰ ਰਤਨ ਬਣਾ ਦਿੱਤੇ, ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਜਿਹੜੇ ਬਿਲਕੁਲ ਪਾਰਾਵਾਰ ਤੋਂ ਰਹਿਤ ਹੋ ਗਏ। ਕਈ ਕੋਟ ਨਾਨਾ ਪ੍ਰਕਾਰ ਜੰਤ। ਹੁਣ ਉਸ ਪ੍ਰਮਾਤਮਾ ਦੇ ਵੱਲੋਂ ਵੇਖੀਏ ਕਿੰਨੀਆਂ ਕਿਸਮਾਂ ਦੇ ਜੀਵ ਤੇ ਜੰਤ ਬਣਾ ਦਿੱਤੇ ਗਏ। ਆਪਾਂ ਦੇਖਦੇ ਹਾਂ ਕਈ ਵਾਰੀ ਕੋਈ ਇਹੋ ਜਿਹੀ ਸ਼ੈ ਆਪਣੇ ਸਾਹਮਣੇ ਆਉਂਦੀ ਹੈ, ਆਪਾਂ ਕਹਿੰਦੇ ਪਹਿਲਾਂ ਕਦੇ ਨਹੀਂ ਵੇਖਿਆ, ਤੇ ਫਿਰ ਵੇਖ ਕਰਕੇ ਕਾਨੂੰ ਜ਼ੁਬਾਨ ਦੇ ਵਿੱਚੋਂ ਸ਼ਬਦ ਵੀ ਆਉਂਦਾ ਕਿ ਵੇਖ ਕੁਦਰਤ ਨੇ ਕਿਹੋ ਜਿਹੇ ਜੀਵ ਪੈਦਾ ਕੀਤੇ ਹੋਏ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਕਈ ਕੋਟ ਨਾਨਾ ਪ੍ਰਕਾਰ ਜੰਤ। ਕਈ ਕਰੋੜਾਂ ਹੀ ਕਿਸਮਾਂ ਦੇ ਨਾਲ ਉਸ ਪਰਮੇਸ਼ਰ ਨੇ ਜੀਵ ਜੰਤ ਬਣਾ ਦਿੱਤੇ ਨੇ। ਇਹਨਾਂ ਨੂੰ ਬਣਾਉਣ ਵਾਲਾ ਉਹ ਕਰਤਾ ਹੀ ਹੈ। ਤੇ ਫਿਰ ਉਹਦੀ ਕਿੱਡੀ ਵੱਡੀ ਕੁਦਰਤ ਹੈ। ਜਿੱਥੇ ਜਿੱਥੇ ਕਿਸੇ ਨੂੰ ਪੈਦਾ ਕੀਤਾ ਉੱਥੇ ਉੱਥੇ ਉਹਨੂੰ ਛਕਣ ਦੇ ਵਾਸਤੇ ਵੀ ਪਹੁੰਚਾ ਰਿਹਾ ਹੈ ਹਰ ਇੱਕ ਚੀਜ਼। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਹੀ ਆਪਾਂ ਬਚਨ ਪੜ੍ਹਦੇ ਹਾਂ ਹਰ ਰੋਜ਼ ਸੋਦਾ ਰਹਿਦਾ ਸਾਹਿਬ ਜੀ ਦੀ ਪਾਵਨ ਗੁਰਬਾਣੀ 'ਚ। ਤਾਂ ਉੱਥੇ ਸਤਿਗੁਰੂ ਕਹਿੰਦੇ, ਸੈਲ ਪੱਥਰ ਮੈਂ ਜਮ ਤੇ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਪੱਥਰਾਂ ਦੇ ਵਿੱਚ ਵੀ ਉਸ ਪਰਮੇਸ਼ਰ ਨੇ ਜੀਵ ਜੰਤੂ ਜਿਹੜੇ ਨੇ ਉਹ ਪੈਦਾ ਕੀਤੇ ਹੋਏ ਨੇ। ਹੁਣ ਪੱਥਰ ਦੇ ਅੰਦਰ ਜੀਵ ਜੰਤੂ ਹੈ ਤੇ ਕਹਿੰਦੇ ਉਹਨਾਂ ਨੂੰ ਛਕਣ ਦੇ ਵਾਸਤੇ ਵੀ ਪਰਮੇਸ਼ਰ ਪਹੁੰਚਾ ਰਿਹਾ। ਦੇਖੋ ਉਹਦੀ ਕਿੱਡੀ ਵੱਡੀ ਬਖਸ਼ਿਸ਼ ਤੇ ਕਿੱਡੀ ਵੱਡੀ ਕੁਦਰਤ ਹੈ। ਜਿਹਨੂੰ ਪੱਥਰ ਦੇ ਵਿੱਚ ਪੈਦਾ ਕੀਤਾ ਉਹਨੂੰ ਵੀ ਛਕਣ ਲਈ ਮਿਲ ਰਿਹਾ ਹੈ। ਜਿਹੜਾ ਪਾਣੀ ਦੇ ਵਿੱਚ ਜੀਵ ਹੈ ਉਹਨੂੰ ਵੀ ਛਕਣ ਲਈ ਮਿਲ ਰਿਹਾ ਹੈ। ਤਾਂ ਹੀ ਤਾਂ ਸਾਡੀ ਇਸ ਚਿੰਤਾ ਨੂੰ ਦੂਰ ਕਰਦਿਆਂ ਸਤਿਗੁਰੂ ਕਹਿ ਦਿੰਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤ ਉਪਾਏ ਕਹਿ ਤਿਨਾ ਪੀ ਰੋਜੀ ਦੇ। ਜਿਨ੍ਹਾਂ ਨੂੰ ਪਾਣੀ ਵਿੱਚ ਪੈਦਾ ਕੀਤਾ ਹੈ ਉਹਨਾਂ ਨੂੰ ਵੀ ਛਕਣ ਲਈ ਮਿਲ ਹੀ ਰਿਹਾ ਹੈ। ਪਰਮੇਸ਼ਰ ਨੇ ਪ੍ਰਬੰਧ ਕੀਤਾ ਹੋਇਆ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਲਿਆ ਉਸ ਪਰਮੇਸ਼ਰ ਤੋਂ ਵਾਰਨੇ ਤੇ ਬਲਹਾਰਨੇ ਜਾਇਆ ਕਰ। ਵੇਖ ਉਹਨੇ ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕਿਸਮਾਂ ਤੇ ਪ੍ਰਕਾਰ ਦੇ ਜੀਵ ਜੰਤ ਬਣਾ ਦਿੱਤੇ। ਕਈ ਕੋਟ ਕੀਏ ਚਿਰ ਜੀਵੇ। ਕਰੋੜਾਂ ਹੀ ਐਸੇ ਜੀਵ ਨੇ ਜਿਹੜੇ ਬੜੀਆਂ ਲੰਮੀਆਂ ਉਮਰਾਂ ਵਾਲੇ ਪੈਦਾ ਕਰ ਦਿੱਤੇ, ਜਿਨ੍ਹਾਂ ਨੂੰ ਸੁਰਜੀਤ ਕਿਹਾ ਜਾਂਦਾ, ਜਿਹੜੇ ਮਰਦੇ ਕਦੇ ਨਹੀਂ। ਲੰਮੀ ਉਮਰ ਭੋਗ ਕਰਕੇ ਜਾਂਦੇ ਨੇ। ਬਹੁਤ ਇੱਥੋਂ ਤੱਕ ਵੀ ਮਿਲਦਾ ਕਿ ਕੋਈ ਯੁੱਗ ਨਿਕਲ ਜਾਂਦੇ ਨੇ। ਇਤਿਹਾਸ ਦੇ ਅੰਦਰ ਆਪਾਂ ਪੜ੍ਹਦੇ ਹੀ ਆ, ਖਾਸ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਤੇ ਜਦੋਂ ਸੰਤੋਖ ਸਰ ਵਾਲੀ ਜਗ੍ਹਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਸਰੋਵਰ ਨੂੰ ਖੁਦਾਇਆ ਤੇ ਜਦੋਂ ਸੰਤੋਖਾ ਜੋਗੀ ਉਹਦੇ ਵਿੱਚੋਂ ਬਾਹਰ ਨਿਕਲੇ, ਮੱਠ ਦੇ ਵਿੱਚੋਂ, ਸਿੱਖਾਂ ਨੇ ਪੁੱਛਿਆ, ਸਤਿਗੁਰੂ ਪਾਤਸ਼ਾਹ ਜੀ ਇਹ ਕੌਣ ਹੈ? ਕਰੁੰਗ ਬਣਿਆ ਬੈਠਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਜਾਣੀ ਜਾਣ ਅੰਤਰਜਾਮੀ ਪਰਮੇਸ਼ਰ ਸਰੂਪ। ਸਤਿਗੁਰੂ ਕਹਿੰਦੇ ਇਹਦੀਆਂ ਪੈਰਾਂ ਤੇ ਹੱਥਾਂ ਦੀਆਂ ਤਲੀਆਂ ਜਿਹੜੀਆਂ ਨਾ ਝਸਣਾ ਕਰੋ ਚੰਗੀ ਤਰ੍ਹਾਂ। ਜਦੋਂ ਧਸੀਆਂ ਕਹਿਣ ਲੱਗੇ ਤੇ ਉਹਨੂੰ ਜਦੋਂ ਆਪਣੀ ਸੁਰਤ ਦੇ ਵਿੱਚ ਆਇਆ ਤੇ ਅੱਖਾਂ ਖੋਲਦਿਆਂ ਸਾਰ ਕੀ ਪੁੱਛਦਾ, ਕਹਿੰਦਾ ਕਿਹੜਾ ਯੁੱਗ ਚੱਲ ਰਿਹਾ ਇਸ ਟਾਈਮ ਦੇ ਉੱਪਰ।
ਪਤਾ ਨਹੀਂ ਕਿੰਨੇ ਯੁੱਗ ਹੋ ਗਏ। ਇਸੇ ਤਰ੍ਹਾਂ ਹੀ ਕਹਿੰਦਾ ਭਗਤੀ ਕਰਦਿਆਂ ਨੂੰ ਕਈ ਯੁੱਗ ਲੰਮੀ ਉਮਰ ਹੈ। ਤੇ ਗੁਰਬਾਣੀ ਇਸ ਚੀਜ਼ ਦਾ ਫੈਸਲਾ ਦੇ ਰਹੀ ਕਿ ਕਈ ਕੋਟ ਕੀ ਚਿਰ ਜੀਵੇ। ਇਹ ਵੀ ਪ੍ਰਮਾਤਮਾ ਨੇ ਪੈਦਾ ਕੀਤੇ ਹੋਏ ਨੇ ਜਿਹੜੇ ਬੜੀ ਲੰਮੀ ਉਮਰ ਕਈ ਯੁੱਗਾਂ ਦੇ ਤੱਕ ਜਿਨ੍ਹਾਂ ਦੀ ਉਮਰ ਨਿਕਲ ਜਾਂਦੀ ਹੈ। ਤਾਂ ਫਿਰ ਉਹਨੂੰ ਪੁੱਛਿਆ ਗਿਆ ਸਿੱਖਾਂ ਦੇ ਵੱਲੋਂ ਕਿ ਭਾਈ ਤੈਨੂੰ ਇੰਨਾ ਸਮਾਂ ਹੋ ਗਿਆ, ਤੂੰ ਇੰਨਾ ਸਮੇਂ ਤੋਂ ਬੈਠ ਕਰਕੇ ਭਗਤੀ ਕਰ ਰਿਹਾ ਹੈ। ਤੇ ਉਹ ਕਹਿਣ ਲੱਗਾ ਮੈਨੂੰ ਹੁਕਮ ਹੋਇਆ ਸੀ ਕਿ ਕਲਯੁਗ ਦੇ ਸਮੇਂ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜਦੋਂ ਤੈਨੂੰ ਦਰਸ਼ਨ ਹੋਣਗੇ ਫਿਰ ਤੇਰੀ ਮੁਕਤੀ ਹੋਣੀ ਹੈ, ਫਿਰ ਕਲਿਆਣ ਹੋਵੇਗੀ। ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਤੇ ਪਰਮ ਗਤਕੀ ਨੂੰ ਉਸਨੇ ਫਿਰ ਪ੍ਰਾਪਤ ਕੀਤਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਉਸ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਦੀ ਖੇਡ ਹੈ। ਕਈ ਕੋਟ ਕੀ ਚਿਰ ਜੀਵੇ। ਕਈ ਕਰੋੜਾਂ ਦੇ ਨਾਲ ਹੀ ਐਸੇ ਪੁਰਸ਼ ਵੀ ਨੇ ਜਿਹੜੇ ਬਹੁਤ ਲੰਮਾ ਸਮਾਂ ਜਿਹੜੇ ਨੇ ਜਿਨ੍ਹਾਂ ਨੂੰ ਉਮਰ ਦਿੱਤੀ ਹੋਈ ਹੈ। ਕਈ ਕੋਟ ਗਿਰੀ ਮੇਰ ਸੁਵਰਨ ਥੀਵੇ। ਕਰੋੜਾਂ ਦੇ ਨਾਲ ਹੀ ਭਾਈ ਜਿਹੜੇ ਸੁਮੇਰ ਪਰਬਤ ਨੇ, ਇਹੋ ਜਿਹੇ ਪਤਾ ਨਹੀਂ ਕਿੰਨੇ ਕੁ ਉਸ ਪਰਮੇਸ਼ਰ ਨੇ ਬਣਾਏ ਹੋਏ ਨੇ ਜਿਹੜੇ ਸੁਮੇਰ ਪਰਬਤ ਵਰਗੇ ਜਿਨ੍ਹਾਂ ਦੇ ਵਿੱਚੋਂ ਸੋਨਾ ਨਿਕਲਦਾ, ਸੋਨੇ ਦੀ ਖਾਣ ਜਿੱਥੇ ਆਪਾਂ ਕਹਿ ਦਿੰਨੇ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗਿਣਤੀ ਕੋਈ ਨਹੀਂ ਹੈ। ਕਈ ਕਰੋੜਾਂ ਦੇ ਵਿੱਚ ਐਸੇ ਗਿਰੀ ਮੇਰ ਸੁਵਰਨ ਥੀਵੇ, ਧਰਤੀ ਦੇ ਉੱਪਰ ਜਿਹੜੇ ਨੇ ਉਹ ਪਰਬਤ ਖੜੇ ਨੇ। ਕਈ ਕੋਟ ਜਗ ਕਿਨਰ ਪਿਸਾਚ। ਕਰੋੜਾਂ ਦੇ ਨਾਲ ਹੀ ਜਖ ਦਾ ਭਾਵ ਹੁੰਦਾ, ਕਹਿੰਦੇ ਇਹਨਾਂ ਦੇ ਸਰੀਰ ਦੇ ਉੱਪਰ ਜਤ ਹੁੰਦੀ ਹੈ। ਤੇ ਆਮ ਤੌਰ ਤੇ ਜਦੋਂ ਇਹਨਾਂ ਦੇ ਬਾਰੇ ਪੜਿਆ ਜਾਂਦਾ ਹੈ ਤੇ ਕਹਿੰਦੇ ਦੇਵਤਿਆਂ ਦੇ ਜਸ ਗਾਉਣ ਵਾਸਤੇ ਹੁੰਦੇ ਨੇ। ਦੇਵਤਿਆਂ ਦੇ ਨਾਲ ਜਿਹੜੇ ਦੇਵਤਿਆਂ ਦੀ ਜਾਤੀ ਦੇ ਵਿੱਚ ਨੇ ਤੇ ਇਹ ਕਿੰਨਰ, ਇਹ ਸਾਰੇ ਜਿਹੜੇ ਨੇ ਦੇਵਤਿਆਂ ਦੇ ਪਾਸ ਰਹਿੰਦੇ ਨੇ ਤੇ ਉਹਨਾਂ ਦੇ ਪਾਸ ਰਹਿ ਕਰਕੇ ਜਿੱਦਾਂ ਜਸ ਗਾਉਣ ਵਾਲੇ ਰਬਾਬੀ ਕਹਿ ਦਈਏ। ਕਈ ਕਰੋੜਾਂ ਹੀ ਨੇ ਉਸ ਪਰਮੇਸ਼ਰ ਨੇ ਕਹਿੰਦੇ ਐਸੇ ਵੀ ਜਿਹੜੇ ਨੇ ਉਹ ਪੈਦਾ ਕੀਤੇ ਹੋਏ ਨੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਕਰੋੜਾਂ ਦੇ ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭੂਤ ਪ੍ਰੇਤ ਇਹ ਵੀ ਉਸ ਪ੍ਰਮਾਤਮਾ ਦੀ ਪੈਦਾ ਕੀਤੇ ਹੋਏ ਨੇ। ਸੂਰ ਤੇ ਸ਼ੇਰ ਆਦਿਕ ਜਿੰਨੇ ਵੀ ਨੇ ਇਹ ਸਾਰੀ ਉਸ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤੀ ਹੈ। ਜਿੱਦਾਂ ਆਪਾਂ ਪੜ੍ਹਦੇ ਆ ਨਾ ਗੁਰਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਧਰ ਨੂੰ ਵਾਸ਼ਨਾ ਹੋਵੇ ਉਹੋ ਜੀ ਜੂਨੀ ਮਿਲਦੀ ਹੈ। ਪ੍ਰੇਤ ਦੀ ਉਮਰ ਵੀ ਬਹੁਤ ਲੰਮੀ ਮੰਨੀ ਗਈ ਹੈ, ਪਰ ਕਹਿੰਦੇ ਵੀ ਸਾਰਾ ਕੁਝ ਹੈ ਪਰਮੇਸ਼ਰ ਦੇ ਹੁਕਮ ਦੇ ਅੰਦਰ ਹੀ ਹੈ। ਜਿੱਦਾਂ ਆਪਾਂ ਕਈ ਵਾਰੀ ਕਹਿ ਦਿੰਦੇ ਨਾ ਹੈ ਤਾਂ ਸਭ ਕੁਝ, ਪਰ ਨਾਮ ਤੋਂ ਸਭ ਕੁਝ ਥੱਲੇ ਹੈ। ਕਿਉਂਕਿ ਇਹਨਾਂ ਨੂੰ ਪਰਮੇਸ਼ਰ ਦੇ ਵੱਲੋਂ ਹੀ ਪੈਦਾ ਕੀਤਾ ਤੇ ਇਹ ਵੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਨੇ। ਜਿਹੜਾ ਪਰਮੇਸ਼ਰ ਤੋਂ ਟੁੱਟਦਾ ਹੈ ਨਾ, ਜਿਹੜਾ ਗੁਰੂ ਦੇ ਹੁਕਮ ਚੋਂ ਬਾਹਰ ਹੋ ਜਾਂਦਾ ਹੈ, ਫਿਰ ਇਹ ਚੀਜ਼ਾਂ ਉਹਨਾਂ ਦੇ ਉੱਪਰ ਪ੍ਰਭਾਵ ਪਾ ਲੈਂਦੀਆਂ ਨੇ। ਪਰ ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਉੱਪਰ ਇਹਨਾਂ ਚੀਜ਼ਾਂ ਦਾ ਵਸ ਨਹੀਂ ਚੱਲਦਾ। ਕਿਉਂਕਿ ਸਤਿਗੁਰਾਂ ਨੇ ਇਹਨਾਂ ਨੂੰ ਪੈਦਾ ਕੀਤਾ ਕਰੋੜਾਂ ਦੇ ਨਾਲ ਤੇ ਇਹ ਸਾਰਾ ਕੁਝ ਪੈਦਾ ਕਰਕੇ ਸਭ ਤੇ ਨੇੜੇ ਸਭ ਹੂੰ ਤੇ ਦੂਰ। ਪ੍ਰਭੂ ਇਹਨਾਂ ਦੇ ਵਿੱਚ ਆਪ ਹੀ ਅਭੇਦ ਹੋਇਆ ਹੈ ਸਾਰਿਆਂ ਦੇ ਨੇੜੇ, ਪਰ ਸਾਨੂੰ ਸਾਮ ਦ੍ਰਿਸ਼ਟੀ ਦੇ ਵਿੱਚ ਦਿਖਾਈ ਨਹੀਂ ਦਿੰਦਾ। ਇਸ ਕਰਕੇ ਅਸੀਂ ਉਹਨੂੰ ਬੜਾ ਦੂਰ ਸਮਝੀ ਬੈਠੇ। ਜਿਹੜੀ ਚੀਜ਼ ਸਾਨੂੰ ਦਿਖਾਈ ਨਹੀਂ ਦਿੰਦੀ, ਪ੍ਰਤੀਤ ਨਹੀਂ ਹੋ ਰਹੀ ਸਾਨੂੰ, ਪਰ ਇੱਕ ਚੀਜ਼ ਹੈ ਜਿਹਨੂੰ ਚਲਾ ਉਹ ਪਰਮੇਸ਼ਰ ਹੀ ਰਿਹਾ ਹੈ। ਜਿਸ ਤਰ੍ਹਾਂ ਆਪਾਂ ਦੇਖਦੇ ਸੀ ਨਾ, ਹੁਣ ਤਾਂ ਨਹੀਂ, ਪੁਰਾਤਨ ਸਮਿਆਂ ਦੇ ਅੰਦਰ ਪੁਤਲੀਆਂ ਨੂੰ ਨਚਾਉਣ ਵਾਲੇ ਸੱਜਣ ਆਉਂਦੇ ਸਨ ਤੇ ਉਹ ਆਪ ਮਗਰ ਪਰਦੇ ਦੇ ਪਿੱਛੇ ਬੈਠ ਜਾਂਦੇ। ਉਹਨਾਂ ਦੇ ਧਾਗੇ ਜੇ ਉਹਨਾਂ ਨੇ ਆਪਣੀਆਂ ਉਂਗਲਾਂ ਦੇ ਵਿੱਚ ਫਸਾ ਲੈਣੇ ਤੇ ਜਿੱਧਰ ਨੂੰ ਉਹਨਾਂ ਨੇ ਨਚਾਈ ਜਾਣਾ ਉਹਨਾਂ ਨੱਚੀ ਜਾਣਾ। ਆਪ ਆਪਣੇ ਆਪ ਨੂੰ ਮਗਰ ਪਰਦੇ ਦੇ ਮਗਰ ਰੱਖਣਾ। ਇਸੇ ਤਰ੍ਹਾਂ ਹੀ ਸਭ ਤੇ ਨੇੜੇ ਪਰਮੇਸ਼ਰ ਹੀ ਹੈ ਸਾਰਿਆਂ ਦੇ ਅੰਦਰ ਜਿਹੜਾ ਵਰਤ ਰਿਹਾ ਹੈ। ਸਭ ਹੂੰ ਤੇ ਦੂਰ, ਪਰ ਸਾਨੂੰ ਸਾਮ ਦ੍ਰਿਸ਼ਟੀ ਸਾਹਮਣੇ ਕੁਝ ਵੀ
ਇਹੋ ਜੀ ਸਾਡੀ ਬਿਰਤੀ ਨਹੀਂ ਬਣੀ, ਜਿਸ ਕਰਕੇ ਸਾਨੂੰ ਦਿਖਾਈ ਨਹੀਂ ਦਿੰਦਾ। ਇਸ ਕਰਕੇ ਅਸੀਂ ਉਹਨੂੰ ਬਹੁਤ ਦੂਰ ਸਮਝੀ ਬੈਠੇ ਆ। ਨਾਨਕ ਆਪ ਅਲਿਪਤ ਰਹਿਆ ਭਰਪੂਰ। ਪ੍ਰਭੂ ਪਰਮੇਸ਼ਰ ਵਾਹਿਗੁਰੂ ਸਾਰਿਆਂ ਥਾਵਾਂ ਤੇ ਵਿਆਪਕ ਹੈ ਤੇ ਆਪ ਹੀ ਵਰਤ ਰਿਹਾ ਹੈ ਤੇ ਵਰਤਦਾ ਹੋਇਆ ਆਪ ਹੀ ਨਿਰਲੇਪ ਹੈ। ਭਰਪੂਰ ਦਾ ਭਾਵ ਹੈ ਕਿ ਹਰ ਇੱਕ ਜਗ੍ਹਾ ਦੇ ਉੱਪਰ, ਹਰ ਇੱਕ ਥਾਂ ਦੇ ਉੱਪਰ ਉਹ ਪਰਮੇਸ਼ਰ ਆਪ ਹੀ ਹੋ ਕਰਕੇ ਵਰਤ ਕਰਕੇ ਸਾਰਾ ਕੁਝ ਚਲਾ ਰਿਹਾ। ਇਸ ਕਰਕੇ ਕਈ ਕੋਟ ਪਤਾਲ ਕੇ ਵਾਸੀ, ਕਰੋੜਾਂ ਹੀ ਜੀਵ ਜਿਹੜੇ ਨੇ ਉਹ ਪਤਾਲ ਦੇ ਵਿੱਚ ਵਸਣ ਵਾਲੇ ਨੇ। ਇਹਨਾਂ ਜੀਵਾਂ ਦੀ ਵੀ ਸਤਿਗੁਰੂ ਕਹਿੰਦੇ ਕੋਈ ਗਿਣਤੀ ਨਹੀਂ ਹੈ। ਜਿਹੜੇ ਪਤਾਲ, ਕਈ ਪਤਾਲ ਨੇ, ਲੱਖ ਆਗਾਸਾ ਆਗਾਸ, ਪਾਤਾਲਾ ਪਾਤਾਲ। ਆਪਾਂ ਜਪਜੀ ਸਾਹਿਬ ਦੀ ਗੁਰਬਾਣੀ 'ਚ ਹਰ ਰੋਜ਼ ਪੜ੍ਹਦੇ ਆ। ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇੰਨੀ ਕੁ ਗਿਣਤੀ ਦੇ ਪਤਾਲ ਨੇ, ਇੰਨੇ ਕੁ ਆਕਾਸ਼ ਨੇ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਂਹ ਤੋਂ ਫੜ ਕਰਕੇ ਗੇੜਾ ਲਵਾਇਆ ਤੇ ਲਵਾ ਕਰਕੇ ਵੀ ਸਤਿਗੁਰਾਂ ਨੇ ਇਹੋ ਹੀ ਸ਼ਬਦ ਕਹਿਣ ਲੱਗੇ ਅਜੇ ਇਹਨਾਂ ਦੀ ਗਿਣਤੀ ਨਹੀਂ ਪੂਰੀ ਹੋ ਚੁੱਕੀ ਕਿ ਸਾਰਾ ਕੁਝ ਇੰਨਾ ਹੀ ਹੈ। ਕਹਿਣ ਲੱਗੇ ਤਾਂ ਕਈ ਕਰੋੜਾਂ ਦੇ ਨਾਲ ਹੀ ਨੇ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕਰੋੜਾਂ ਦੇ ਨਾਲ ਹੀ ਜਿਨ੍ਹਾਂ ਨੇ ਭਾਰੀ ਪਾਪ ਕੀਤੇ ਉਹਨਾਂ ਨੂੰ ਉਹੋ ਜੀ ਸਜ਼ਾ ਮਿਲ ਗਈ। ਜਿਨ੍ਹਾਂ ਨੇ ਚੰਗੇ ਕੰਮ ਕੀਤੇ ਉਹਨਾਂ ਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਜਗ੍ਹਾ ਮਿਲ ਗਈ। ਭਾਵ ਦੁਖੀ ਤੇ ਸੁਖੀ ਰਹਿਣ ਵਾਲੇ ਇਸ ਧਰਤੀ ਦੇ ਉੱਪਰ ਸਤਿਗੁਰੂ ਕਹਿੰਦੇ ਕੋਈ ਗਿਣਤੀ ਮਿਣਤੀ ਨਹੀਂ ਭਾਈ, ਕਈ ਕਰੋੜਾਂ ਦੇ ਨਾਲ ਹੀ ਹੈ। ਕਈ ਕੋਟ ਜਨਮੈ ਜੀਵੈ ਮਰੈ। ਦੇਖੀਏ ਧਿਆਨ ਮਾਰ ਕਰਕੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਜੀਵ ਆ ਰਹੇ ਨੇ ਧਰਤੀ ਤੇ, ਕਿੰਨੇ ਜਿਉ ਰਹੇ ਨੇ, ਕਿੰਨੇ ਜਿਉ ਕਰਕੇ ਜਾ ਚੁੱਕੇ ਨੇ ਇਸ ਧਰਤੀ ਤੋਂ, ਕਿੰਨੇ ਕੁ ਤੁਰੇ ਜਾਂਦੇ ਨੇ ਇੱਕ ਦਿਨ ਦੇ ਅੰਦਰ। ਆਪਾਂ ਦੇਖਦੇ ਹੀ ਆ ਫਲਾਣੇ ਥਾਂ ਤੇ ਇੰਨਿਆਂ ਦੀ ਮੌਤ ਹੋ ਗਈ, ਫਲਾਣੇ ਥਾਂ ਤੇ ਇੰਨਿਆਂ ਦੀ, ਕਿੰਨੇ ਜਨਮ ਲੈ ਕਰਕੇ ਆ ਰਹੇ, ਕਿੰਨੇ ਕੁ ਤੁਰੇ ਜਾਂਦੇ ਨੇ, ਕੋਈ ਗਿਣਤੀ ਮਿਣਤੀ ਨਹੀਂ ਕਿਸੇ ਦੀ। ਇਹ ਸਾਰੀ ਉਸ ਪ੍ਰਮਾਤਮਾ ਦੀ ਬੜਾਈ ਹੋਈ ਕੁਦਰਤੀ ਹੈ। ਸਤਿਗੁਰੂ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉ ਹੋਵਣਾ। ਤੇਰੇ ਹੁਕਮ ਦੇ ਅੰਦਰ ਹੀ ਜੀਵ ਆ ਰਹੇ ਨੇ, ਤੇਰੇ ਹੁਕਮ ਦੇ ਅੰਦਰ ਹੀ ਤੁਰੇ ਜਾ ਰਹੇ ਨੇ। ਕਿਸੇ ਨੂੰ ਭੇਜ ਰਿਹਾ ਹੈ, ਕਿਸੇ ਨੂੰ ਤੂੰ ਵਾਪਸ ਲਈ ਜਾ ਰਿਹਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਉਸ ਕਰਤੇ ਦੀ ਕੁਦਰਤ ਦਾ ਕੋਈ ਅੰਤ ਨਹੀਂ ਹੈ। ਕਈ ਕੋਟ ਜਨਮੈ ਜੀਵੈ ਮਰੈ। ਕਿੰਨੇ ਕੁ ਜਨਮ ਲੈ ਰਹੇ, ਕਿੰਨੇ ਕੁ ਜ਼ਿੰਦਗੀ ਭੋਗ ਰਹੇ ਨੇ, ਕਿੰਨੇ ਕੁ ਭੋਗ ਕਰਕੇ ਚਲੇ ਗਏ ਸੰਸਾਰ ਦੇ ਵਿੱਚੋਂ, ਜਿਨ੍ਹਾਂ ਦੀ ਗਿਣਤੀ ਮਿਣਤੀ ਕੋਈ ਨਹੀਂ ਹੈ, ਗਿਣਤੀ ਤੋਂ ਪਰਾਂ ਹੋ ਗਏ। ਕਿੰਨੇ ਕੁ ਜਾ ਚੁੱਕੇ ਨੇ ਇਥੋਂ ਉਮਰ ਨੂੰ ਭੋਗ ਕਰਕੇ। ਕਈ ਕੋਟ ਬੈਠਤ ਹੀ ਖਾਹੇ। ਕਰੋੜਾਂ ਹੀ ਜੀਵ ਜਿਹੜੇ ਨੇ ਉਹ ਬੈਠ ਕਰਕੇ ਛਕ ਰਹੇ ਨੇ ਤੇਰਾ ਸਾਰਾ ਕੁਝ ਦਿੱਤਾ ਹੋਇਆ, ਜਿਨ੍ਹਾਂ ਨੂੰ ਤੂੰ ਛਕਣ ਦੇ ਵਾਸਤੇ ਹਰ ਇੱਕ ਵਸਤੂ ਪਹੁੰਚਾ ਰਿਹਾ ਹੈ। ਕਈ ਕੋਟ ਘਾਲੈ ਥੱਕ ਪਾਹੇ। ਅਤੇ ਕਰੋੜਾਂ ਹੀ ਐਸੇ ਨੇ ਜਿਹੜੇ ਰੋਟੀ ਦੀ ਖਾਤਰ ਮਿਹਨਤ ਕਰਦੇ ਨੇ, ਹਰ ਰੋਜ਼ ਮਿਹਨਤ ਕਰਨ ਦੇ ਵਾਸਤੇ ਨਿਕਲਦੇ ਨੇ। ਉਹਨਾਂ ਦੀ ਵੀ ਗਿਣਤੀ ਦਾ ਕੋਈ ਅੰਤ ਨਹੀਂ ਹੈ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ। ਕਰੋੜਾਂ ਹੀ ਐਸੇ ਨੇ ਜਿਨ੍ਹਾਂ ਨੂੰ ਪ੍ਰਭੂ ਨੇ ਧਨੀ ਬਣਾ ਦਿੱਤਾ, ਜਿਨ੍ਹਾਂ ਨੂੰ ਆਪਾਂ ਕਹਿੰਦੇ ਫਲਾਣਾ ਬਹੁਤ ਧਨਾੜ ਹੈ। ਇਹ ਗੁਰੂ ਸਾਹਿਬ ਜੀ ਦੇ ਵੱਲੋਂ ਹੀ ਬਣਾਈ ਹੋਈ ਸਾਰੀ ਕਿਰਪਾ ਹੈ। ਕਰੋੜਾਂ ਦੇ ਨਾਲ ਹੀ ਜੀਵ ਜਿਹੜੇ ਸਾਨੂੰ ਧਨਵੰਤ, ਬਹੁਤ ਭਾਰੀ ਧਨ ਵਾਲੇ ਬਣਾ ਦਿੱਤੇ। ਤੇ ਸਤਿਗੁਰੂ ਕਹਿੰਦੇ ਕਈ ਕੋਟ ਮਾਇਆ ਮੈਂ ਚਿੰਤ। ਕਰੋੜਾਂ ਹੀ ਐਸੇ ਨੇ ਜਿਹੜੀ ਮਾਇਆ ਦੇ ਫਿਕਰ ਵਿੱਚ ਹੀ ਲੱਗੇ ਰਹਿੰਦੇ ਨੇ। ਕਿਸੇ ਦੇ ਕੋਲ ਬਹੁਤ ਹੈ, ਕਿਸੇ ਦੇ ਕੋਲ ਹੈ ਨਹੀਂ, ਕਿਸੇ ਦੇ ਮਨ 'ਚ ਚਿੰਤਾ ਲੱਗੀ ਹੈ, ਕਿਸੇ ਨੂੰ ਫਿਕਰ ਹੀ ਕੋਈ ਨਹੀਂ ਧਨ ਦਾ। ਇਹ ਸਤਿਗੁਰੂ ਸਾਰੀ ਤੁਹਾਡੀ ਰਚਾਈ ਹੋਈ ਖੇਡ ਹੈ। ਕਿਉਂ ਜੈ ਜੈ ਭਾਣਾ ਤੈ ਤੈ ਰਾਖੇ। ਜਿੱਥੇ ਜਿੱਥੇ ਤੁਸੀਂ ਚਾਹੁੰਦੇ ਹੋ ਨਾਮ, ਉੱਥੇ ਉੱਥੇ ਤੁਸੀਂ ਜੀਵ ਨੂੰ ਰੱਖਦੇ ਹੋ। ਜਿਹੋ ਜਿਹੋ ਜੇ ਪਹਾੜੇ ਦੇ ਅੰਦਰ ਤੂੰ ਜੀਵ ਨੂੰ ਰੱਖਣਾ ਹੈ, ਉੱਥੇ ਉੱਥੇ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਉਹਨੂੰ ਟਿਕਾਇਆ ਹੋਇਆ। ਕਿਉਂ
नानक सब किश प्रभ कै हाथे। किसी बन्नियों भी आ जाइए, हरेक गल जिहड़ी वो प्रभु दे हथ दे विच ही है। किसी पासे तो भी गल शुरू कर दें, गल इत्थे निबड़नी आण करके कि परमात्मा ये सारा तू ही है ते तू आप ही सारा कुछ कर रहा है। तेरे भाणे दे अंदर ही है, तेरे भाणे तो बाहर कोई नहीं। कई बार आपां कहने उहदे हुक्म तो बिना पता भी नहीं हिल सकदा। वो चाहे ते सारा कुछ एकदम रोक दवे, जिन्हों सारा कुछ चला रहा है। इस करके सतगुरु जी गिणती करते ने, कई कोट भय बैरागी तेरी बनाई हुई रचना दे अंदर करोड़ों जीव जिहड़े ने वैराग करने वाले ने। बैरागी हो गए, विरागी हो गए। विरागी का भाव हुंदा है जिन्हां दे मन दे अंदर समझ आ गई। आपां कहने ना फलाना जिहड़ा सी ओह विराग दे विच चलिया गया। ते विराग च जीव कदों जिहड़े किहड़े जांदे ने जिन्हां नूं समझ पै गई परमेश्वर दे नाम दी कि असीं आए कादे लई, करी की जाने, किन्ना समा हो गया ते कदों तो इस थावां दे उपर असीं भड़कदे फिरदे आ। ये सारे बन्नियां तो उन्हां नूं सोझी प्राप्त हो गई। फिर उस संसार दे वल्लों वैरागी हो गए। राम नाम संग तिन लिव लागी। ते उन्हां दी निशानी की है? सतगुरु कहंदे जिन्हां दी सुरत अकाल पुरख दे नाम दे विच हुण लगी रहिंदी है। वो रहिंदे तां संसार दे अंदर ही है, पर रहिंदे विराग दे विच। कई ऐसे सज्जण देखदे जिन्हां दे जदों गुरबाणी पढ़दे ने ना, कई वारी आपां कहने उन्हां दी आंखां दे विचों पानी आउणा शुरू हो जांदा है। गुरु दी गल सुन के तां उन्हां दे मन अंदर विराग आउण लग पैंदा है। ये विराग हुंदा है प्रेम दा नेहो। अंदर तो जिन्हां दा प्रेम जुड़ जांदा है सतगुरां दे चरनां दे नाल, जिहड़े अंदर तो जुड़ जांदे ने सतगुरु कहंदे विरागी हो जांदे ने। कई कोट प्रभ को खोजंते, करोड़ां ही जिहड़े ने ओह प्रभु नूं खोजदे फिरदे ने। जिन्हां नूं तो सतगुरु इस बन्ने लाया होया, जिहड़े लभदे फिरदे ने प्रभु नूं। आत्म मैं पार ब्रह्म लहंते ते अपने अंदर अकाल पुरख नूं भालदे ने। जिहड़े अंतर ध्यान हो करके जिहड़े बैठदे ने एकांत दे विच ते सतगुरु तुहाडी होंद नूं तुहानूं अंदर तो जुड़ करके याद करदे ने, अपनी आत्मा दे विचों लभदे ने। क्योंकि वो परमात्मा साडे हिरदे दे अंदर वो चला रहा है, साडे साहां तो भी नेड़े है। पर गुरु कृपा करे इस गल दी सानूं समझ पै जावे। कई कोट दर्शन प्रभ प्यास। कई करोड़ों जीव ने जिन्हां दे मन दे अंदर प्रभु दे दर्शनां दी तांग लग गई, जिन्हां नूं अंदर तो प्रभ प्यास लग गई। जिद्दां पानी दी प्यास लगदी ते बंदा भजदा है ना कि मैनूं किते ना किते कुछ छकण वास्ते मिल जावे ते मेरी प्यास बुझ जावे। सतगुरु कहंदे जिन्हां दे अंदर प्रभु दे दर्शनां दी तांग लग जांदी है, वो भी फिर भजदे ने उठ करके। दर्शन करिए सतगुरु जी दे, साडे अंदर दी प्यास बुझे। क्योंकि सतगुरु पातशाह जी कहंदे तन मन होए निहाल, जागुर देखा सामने। जदों दर्शन हो गए ते सतगुरु पातशाह जी कहंदे दर्शन परसिए गुरु कै जन्म मरण मिट जाए। एडी वड्डी ताकत है, जम्मण ते मरण दा चक्कर ही निपट जांदा है गुरु साहिब जी दे दर्शन करके। पर सतगुरु कहंदे गुरु दे दर्शनां दी तांग पैदा हो जावे हिरदे दे अंदर, प्यास लगन लग पवे। जदों प्यास लगदी है फिर जीव भजदा है। कह लगे तिन कहो मिलियो प्रभ अबनास। ते जिन्हां नूं प्यास लग गई फिर उन्हां नूं अबनासी परमेश्वर वाहिगुरू मिल पैंदा है। क्योंकि उन्हां दे अंदर दी वेदना वधदी जांदी है। वो इस तरह हो जाते ने, कबीर केसो केसो कूकी है ना सोइए असार। रात दिवस कै कूकना कबहू के सुने पुकार। कदे ना कदे तां भगत जी कहंदे पुकार पहुंचेगी ना, पर कहन लगे तू रात दिन अवेसला ना हो, आवाजा मारी चल। रात दिन कूक कूक करके उन्होंने याद करी चल। कदे ना कदे तां परमेश्वर वाहिगुरू कृपा करके तेनू जरूर मिल पवेगा। कई कोट मंगै सत संग
ਕਰੋੜਾਂ ਦੇ ਨਾਲ ਉਹ ਗੁਰਮੁਖ ਪਿਆਰੇ ਨੇ ਜਿਹੜੇ ਸਤ ਸੰਗਤ ਦੀ ਮੰਗ ਕਰਦੇ ਨੇ ਕਿ ਸਤਿਗੁਰੂ ਸਾਨੂੰ ਤੁਹਾਡੇ ਨਾਮ ਜਪਣ ਵਾਲਿਆਂ ਦੀ ਸੰਗਤ ਮਿਲ ਜਾਵੇ, ਜਿਹੜੇ ਪਰਮੇਸ਼ਰ ਦੀ ਸੰਗਤ ਨੂੰ ਲੋਚਦੇ ਨੇ, ਜਿਹੜੇ ਚਾਹੁੰਦੇ ਨੇ ਸਤਿਗੁਰੂ ਸਾਡਾ ਪ੍ਰੇਮ ਬਣਾ ਦਿਓ, ਅਸੀਂ ਹਰ ਰੋਜ਼ ਸੰਗਤ ਕਰੀਏ, ਤੁਹਾਡੇ ਪਾਸ ਬੈਠੀਏ, ਆਣ ਕਰਕੇ ਪਾਰ ਬ੍ਰਹਮ ਤਿਨ ਲਾਗਾ ਰੰਗ, ਕਿਉਂਕਿ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ। ਉਹ ਸੱਚੇ ਇਸ਼ਕ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੇ ਗਏ ਨੇ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੀ, ਉਹਨਾਂ ਨੂੰ ਇਹੋ ਜਿਹਾ ਰੰਗ ਚੜ ਗਿਆ, ਪਰਮੇਸ਼ਰ ਦੇ ਨਾਮ ਦਾ ਪ੍ਰੇਮ ਜੁੜ ਗਿਆ। ਹੁਣ ਤੁਹਾਡੇ ਤੋਂ ਬਿਨਾ ਸਤਿਗੁਰੂ ਜੀ ਵੱਖ ਨਹੀਂ ਰਹਿ ਸਕਦੇ। ਇਹਨਾਂ ਦਾ ਜੀਵਨ ਬਣ ਗਿਆ ਆਖਾਂ ਜੀਵਾ ਵਿਸਰੈ ਮਰ ਜਾਉ, ਕਵਾਂ ਤੇ ਪਰਮੇਸ਼ਰ ਦਾ ਨਾਮ ਤੇ ਇਦਾਂ ਲੱਗਦਾ ਸਾਹ ਚੱਲਦੇ ਨੇ, ਤੇ ਜਿੱਥੇ ਤੇਰਾ ਨਾਮ ਭੁੱਲਦਾ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਦਮ ਘੁੱਟ ਚੱਲਿਆ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੀ ਕੁਦਰਤ ਹੈ ਜਿਨ ਕਾ ਹੋਏ ਆਪ ਪ੍ਰਸੰਨ, ਜਿਨ੍ਹਾਂ ਦੇ ਉੱਪਰ ਸਤਿਗੁਰੂ ਤੁਸੀਂ ਆਪ ਹੀ ਤਰੁੱਟ ਪੈਂਦੇ ਹੋ, ਜਿਨ੍ਹਾਂ ਦੇ ਉੱਪਰ ਤੁਸੀਂ ਆਪ ਹੀ ਕਿਰਪਾ ਕਰ ਦਿੰਦੇ ਹੋ। ਨਾਨਕ ਤੇ ਜਨ ਸਦਾ ਧਨ ਧਨ, ਉਹ ਮਨੁੱਖ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਨੇ। ਨਾਨਕ ਤੇ ਜਨ, ਜਨ ਦਾ ਅਰਥ ਹੁੰਦਾ ਹੈ ਸੇਵਕ, ਜਿਹੜਾ ਨਾਮ ਜਪਣ ਵਾਲਾ ਹੈ। ਜਨ ਬਾਨਾ ਬੜਾ ਔਖਾ ਹੈ, ਸੇਵਕ ਸ਼ਬਦ ਆਪਣੇ ਨਾਮ ਨਾਲ ਜੋੜ ਲੈਣਾ, ਕਹਿ ਲੈਣਾ ਸੌਖਾ ਹੈ, ਪਰ ਇਸ ਭਾਵਨਾ ਨੂੰ ਧਾਰਨ ਕਰਨਾ ਬਹੁਤ ਔਖਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜੇ ਬਣ ਗਏ ਜਨ ਸਦਾ ਧਨ ਧਨ, ਉਹ ਤੇ ਧਨ ਹੋ ਗਏ ਭਾਈ, ਉਹ ਵੱਡਿਆ ਭਾਗਾਂ ਵਾਲੇ ਬਣ ਗਏ। ਪਰ ਇਹ ਪ੍ਰਾਪਤੀ ਹੁੰਦੀ ਕਦੋਂ ਹੈ? ਜਿਨ ਕੋ ਹੋਏ ਆਪ ਸੋ ਪ੍ਰਸੰਨ, ਜਿਨ੍ਹਾਂ ਤੇ ਸਤਿਗੁਰੂ ਤੁਸੀਂ ਆਪ ਤਰੁੱਟ ਪੈਂਦੇ ਹੋ, ਉਹਨਾਂ ਨੂੰ ਇਹ ਬਖਸ਼ਾ ਪ੍ਰਾਪਤ ਹੁੰਦੀਆਂ ਹੈ। ਤੇ ਜਿਹੜੇ ਸਾਡੇ ਵਰਗੇ ਹੰਕਾਰ 'ਚ ਡੁੱਬੇ ਰਹਿੰਦੇ ਨੇ, ਉਹ ਖਾਲੀ ਦੇ ਖਾਲੀ ਰਹਿ ਜਾਂਦੇ ਨੇ। ਹੰਕਾਰ ਕਰਕੇ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਗਿਆਨ ਦਾ ਹੰਕਾਰ ਕਰ ਲਿਆ, ਵਿਦਿਆ ਦਾ ਹੰਕਾਰ, ਧਨ ਪਦਾਰਥ ਮਾਇਕ, ਇਹਨਾਂ ਚੀਜ਼ਾਂ ਦਾ ਹੰਕਾਰ ਆ ਗਿਆ। ਦਾਨ ਪੁੰਨ ਕਰ ਲਿਆ, ਸਤਿਗੁਰੂ ਕਹਿੰਦੇ ਹੰਕਾਰ ਆ ਗਿਆ। ਸਮਝ ਲਓ ਆਪਾਂ ਖਾਲੀ ਦੇ ਖਾਲੀ ਰਹਿ ਗਏ, ਪ੍ਰਾਪਤੀ ਕੁਝ ਨਹੀਂ ਹੋਣ ਵਾਲੀ। ਪਰ ਜਿਨ੍ਹਾਂ ਨੇ ਪ੍ਰੇਮ ਜੋੜ ਲਿਆ, ਜਿਹੜੇ ਭਾਵਨਾ ਵਾਲੇ ਬਣ ਗਏ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਕਿਉਂਕਿ ਇਹ ਸਤਿਗੁਰਾਂ ਨੇ ਬਚਨ ਕਹੇ ਕਲਗੀਧਰ ਪਾਤਸ਼ਾਹ ਜੀ ਨੇ। ਕਦੇ ਨਦੇੜ ਦੀ ਧਰਤੀ ਦੇ ਉੱਪਰ ਜਦੋਂ ਬਹਾਦਰ ਸ਼ਾਹ ਨੇ ਜਾ ਕਰਕੇ ਨਗੀਨਾ ਭੇਟ ਕੀਤਾ ਤੇ ਪਵਾ ਕਰਕੇ ਸਤਿਗੁਰਾਂ ਨੇ ਗੋਦਾਵਰੀ ਦੇ ਵਿੱਚ ਸੁੱਟ ਕਰਕੇ ਇਹੀ ਬਚਨ ਕਹੇ ਸਨ, ਕਹਿਣ ਲੱਗੇ ਧੰਨ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਗੁਰੂ ਨਾਨਕ ਦਾ ਘਰ ਕੱਚ ਦਾ ਵਪਾਰੀ ਨਹੀਂ ਹੈ, ਸੱਚ ਦਾ ਵਪਾਰੀ ਹੈ। ਇੱਥੇ ਭਲਿਆ ਭਾਵੇਂ ਤੂੰ ਭਾਵਨਾ ਨਾਲ ਚੱਲ ਕਰਕੇ ਆ। ਭਾਈ ਗੁਰਦਾਸ ਜੀ ਕਹਿੰਦੇ ਇੱਥੇ ਤਾਂ ਕੌਡੀਆਂ ਤੋਂ ਵੀ ਸਤਿਗੁਰੂ ਰਤਨ ਕਰੋੜ ਦੇ ਦਿੰਦੇ ਨੇ। ਇਹ ਘਰ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਦੇ ਅੰਦਰ ਹੀ ਇਹ ਬਖਸ਼ਾ ਤੇ ਰਹਿਮਤਾਂ ਨੇ। ਇੱਥੇ ਭਾਵਨਾ ਤੇ ਪ੍ਰੇਮ ਲੈ ਕਰਕੇ ਆ। ਗੁਰੂ ਸਾਹਿਬ ਜੀ ਕਹਿੰਦੇ ਤੇਰੀ ਪ੍ਰਵਾਨਗੀ ਹੋ ਜਾਣੀ ਹੈ। ਪਰ ਐਸੀ ਸਤਿਗੁਰੂ ਰਹਿਮਤ ਮਿਲਦੀ ਕਿੰਨਾਂ ਨੂੰ ਹੈ? ਜਿਨ੍ਹਾਂ ਤੇ ਤੁਸੀਂ ਆਪ ਹੀ ਤਰੁੱਠ ਪੈਂਦੇ ਹੋ, ਜਿਨ੍ਹਾਂ ਦੇ ਅੰਦਰ ਦੀ ਤੁਸੀਂ ਭਾਵਨਾ ਬਣਾ ਦਿੰਦੇ ਹੋ। ਨਹੀਂ ਤਾਂ ਸਾਡਾ ਮਨ ਮੈਂ ਮੇਰੀ ਦੇ ਚੱਕਰ ਦੇ ਵਿੱਚੋਂ ਹੀ ਨਹੀਂ ਨਿਕਲਦਾ। ਜਿਹੜਾ ਵੀ ਕਾਰਜ ਕਰਦੇ ਆ ਉਹਦੇ ਕਰਨ ਤੋਂ ਬਾਅਦ ਦੇ ਵਿੱਚ ਮਨ ਹੰਕਾਰੀ ਹੋ ਜਾਂਦਾ ਹੈ। ਪਰ ਤੁਸੀਂ ਕਿਰਪਾ ਕਰੋ ਸਤਿਗੁਰੂ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੋ, ਇਸ ਬਿਮਾਰੀ ਤੋਂ ਸਾਡਾ ਖਹਿੜਾ ਛੁਡਾ ਦਿਓ, ਤਾਂ ਜੋ ਅਸੀਂ ਵੀ ਤੁਹਾਡੇ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਸੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਕੇ ਆਪਾਂ ਨੂੰ 10ਵੀਂ ਅਸ਼ਟਪਦੀ ਦੇ ਦੁਆਰਾ ਇੱਕ ਪੰਕਤੀ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਆ ਰਹੇ ਨੇ। ਭਾਈ ਇਹ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਹੈ। ਕਰੋੜਾਂ ਹੀ ਕਈ ਗਿਣਤੀ ਦੇ ਨਾਲ ਇੱਥੇ ਸਤ ਸੰਗੀ ਨੇ, ਕਈ ਪਾਪੀ ਨੇ, ਕਿੰਨਾ ਕੁਝ ਸਤਿਗੁਰੂ ਪਾਤਸ਼ਾਹ ਜੀ ਗਿਣ ਰਹੇ ਨੇ। ਕਈਆਂ ਦੇ ਮਨ ਦੇ ਅੰਦਰ ਪਿਆਸ ਲੱਗ ਗਈ ਦਰਸ਼ਨਾਂ ਦੀ, ਕਿੰਨੇ ਕੁ ਧਨਵਾੜ ਬਣ ਗਏ, ਕਿੰਨੇ ਕੁ ਚਿੰਤਾ 'ਚ ਡੁੱਬੇ ਹੋਏ ਨੇ, ਕੋਈ ਪਤਾ ਨਹੀਂ ਲੱਗਦਾ। ਇਹ ਸਤਿਗੁਰੂ ਤੁਹਾਡੀਆਂ ਤੁਸੀਂ ਜਾਣੋ, ਪਰ ਇੱਕ ਕਿਰਪਾ ਤੇ ਰਹਿਮਤ ਕਰੋ, ਆਪਣੇ ਚਰਨਾਂ ਦੇ ਨਾਲ ਜੋੜ ਲਓ। ਸਮਾਂ ਪਹਿਲਾਂ ਹੀ ਬਹੁਤ ਮੁਸ਼ਕਲ ਮਿਲਿਆ ਹੈ, ਬਹੁਤ ਕੀਮਤੀ ਹੈ।
ਕਿਰਪਾ ਕਰਿਓ ਇਹ ਸਫਲਾ ਹੋ ਜਾਵੇ ਤੁਹਾਡੇ ਚਰਨਾਂ ਨਾਲ ਜੁੜ ਕਰਕੇ। ਸੋ ਸਤਿਗੁਰੂ ਪਾਤਸ਼ਾਹ ਜੀਆਂ ਦੇ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਕ ਨੇ। ਸਤਿਗੁਰੂ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅਗਾਂਹ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।